ਮਾਨ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਜਿਹੜਾ ਕਿਸਾਨ ਬਿੱਲ ਹੈ ਜਿਹੜਾ ਕਾਨੂੰਨ ਬਣ ਚੁੱਕਿਆ ਹੁਣ ਪੰਜਾਬ ਦੀ ਵਿਧਾਨ ਸਭਾ 'ਚ 115 MLAs ਨੇ 100 ਹੋ ਕੇ ਉਹਨੂੰ ਸਪੋਰਟ ਕੀਤਾ। ਤੁਹਾਡੇ ਜਿਹੜੇ ਲੀਡਰ ਆਫ ਓਪੋਜੀਸ਼ਨ ਸੀਗੇ ਉੱਥੇ ਪਹੁੰਚੇ ਸੀਗੇ। ਉਸ ਤੋਂ ਬਾਅਦ ਸਾਰੀਆਂ ਪੋਲੀਟੀਕਲ ਪਾਰਟੀਆਂ ਵਿਧਾਨ ਸਭਾ ਤੋਂ ਬਾਅਦ ਗਵਰਨਰ ਹਾਊਸ ਜਾਂਦੇ ਆ, ਉੱਥੇ ਉਹਨਾਂ ਨੇ ਜਾ ਕੇ ਇਸ ਬਿੱਲ ਦੀ ਸਪੋਰਟ ਵਿੱਚ ਗਵਰਨਰ ਨੂੰ ਮੈਮੋਰੈਂਡਮ ਦਿੱਤਾ ਔਰ ਉਹਦੇ ਬਾਅਦ ਵਿਕਟਰੀ ਸਾਈਨ ਵੀ ਬਣਾਏ। ਲੇਕਿਨ 24 ਘੰਟਿਆਂ 'ਚ ਕੀ ਹੋਇਆ ਕਿ ਅਗਲੀ ਸਵੇਰ ਜਿਹੜੀ ਆ ਉਹ ਬਿਲਕੁਲ ਹੀ ਉਹ ਯੂ ਟਰਨ ਹੋ ਗਿਆ। ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਕਿਹਾ ਜੀ ਇਹ ਤਾਂ ਸਾਡੇ ਨਾਲ ਧੋਖਾ ਹੋ ਗਿਆ। ਉਹ ਇੰਨੇ ਬੱਚੇ ਸੀਗੇ ਜਿਹੜੇ MLAs ਉੱਥੇ ਪਹੁੰਚੇ ਸੀਗੇ, ਉਹਨਾਂ ਨੂੰ ਉੱਥੇ ਲੈ ਗਏ, ਉਹਨਾਂ ਨੂੰ ਕਿਡਨੈਪ ਕਰਕੇ ਲੈ ਗਏ ਸੀ ਉੱਥੇ ਗਵਰਨਰ ਹਾਊਸ। ਨਹੀਂ ਦੇਖੋ, ਇਹਦੇ 'ਚ ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਜਦੋਂ ਕੋਈ ਬਿੱਲ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਸਰਕਾਰ ਲੈ ਕੇ ਆਉਂਦੀ ਹੈ ਤਾਂ 2 ਦਿਨ ਪਹਿਲਾਂ ਘੱਟੋ ਘੱਟ ਆਪੋਜੀਸ਼ਨ ਨੂੰ ਉਹ ਦੇਣਾ ਪੈਂਦਾ ਤਾਂ ਕਿ ਉਹ ਪੜ੍ਹ ਸਕਣ, ਪੜ੍ਹ ਕੇ ਉਹਦੇ 'ਤੇ ਆਪਣਾ ਜਿਹੜਾ ਵਿਊ ਪੁਆਇੰਟ ਬਣਾ ਸਕਣ। ਕੋਈ ਉਹਦੇ 'ਚ ਕਮੀਆਂ ਨੇ ਉਹਦੇ ਬਾਰੇ ਸਰਕਾਰ ਨੂੰ ਆਗਾਹ ਕਰ ਸਕਣ, ਕੋਈ ਉਹਦੇ 'ਚ ਕੋਈ ਹੋਰ ਐਡੀਸ਼ਨ ਹੈ, ਕੋਈ ਅਮੈਂਡਮੈਂਟ ਹੈ, ਉਹਦੇ ਬਾਰੇ ਦੱਸ ਸਕਣ। ਤਾਂ ਇੱਕ ਦਿਨ ਪਹਿਲਾਂ ਸਾਡੀ ਆਮ ਆਦਮੀ ਪਾਰਟੀ, ਕਿਉਂਕਿ ਅਸੀਂ ਵਿਰੋਧੀ ਧਿਰ 'ਚ ਹਾਂ, ਸਾਡੇ ਸਾਰੇ MLA ਰੌਲਾ ਪਾਉਂਦੇ ਨੇ ਕਿ ਸਾਨੂੰ ਬਿੱਲ ਤੱਕ ਦਿਖਾ ਦਿਓ ਜੀ ਜਿਹੜਾ ਕੱਲ੍ਹ ਨੂੰ ਲੈ ਕੇ ਆਉਂ। ਤਾਂ ਇਹ ਕਿਹਾ ਗਿਆ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਵੱਲੋਂ ਕਿ 5 ਵਜੇ ਤੁਹਾਨੂੰ ਬਿੱਲ ਮਿਲ ਜੂ, ਬਿੱਲ ਦੀ ਕਾਪੀ ਮਿਲ ਜੂ। ਪਰ ਜਦੋਂ 5 ਵਜੇ ਵੀ ਨਾ ਮਿਲੀ, ਇਸ ਗੱਲ ਤੋਂ ਵੀ ਮੁੱਕਰ ਗਏ। ਤਾਂ ਤੁਸੀਂ ਦੇਖਿਆ ਹੋਣਾ ਕਿ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਵੱਲੋਂ ਵੀ ਕਿ ਸਾਰੀ ਰਾਤ ਸਾਡੇ ਜਿਹੜੇ MLA ਨੇ ਉੱਥੇ ਧਰਨਾ ਦੇ ਕੇ ਬੈਠੇ ਰਹੇ ਕਿ ਸਾਨੂੰ ਬਿੱਲ ਤਾਂ ਪੜ੍ਹਾ ਦਿਓ ਜਿਹੜਾ ਕੱਲ੍ਹ ਨੂੰ ਲੈ ਕੇ ਆਉਂਗੇ। ਉਹ ਕਹਿੰਦੇ ਜੀ ਕੱਲ੍ਹ ਨੂੰ ਮਿਲ ਜੂਗਾ। ਦੇਖੋ, 2 ਤਰੀਕੇ ਨੇ। ਮੈਂ ਵੀ 6 ਸਾਲ ਤੋਂ ਲੋਕ ਸਭਾ 'ਚ ਹਾਂ, ਹੁਣ ਮੈਂ ਆਪਣੇ ਆਪ ਨੂੰ ਨਵਾਂ ਨਹੀਂ ਕਹਿ ਸਕਦਾ, ਤਜਰਬਾ ਹੈ ਥੋੜ੍ਹਾ ਜਿਹਾ। 2 ਤਰੀਕੇ ਨੇ ਜਦੋਂ ਸਰਕਾਰ ਜਿਹੜੀ ਹੈ ਉਹ ਵਿਰੋਧੀ ਪਾਰਟੀਆਂ ਨੂੰ ਬਿੱਲ ਨਹੀਂ ਪੜ੍ਹਾਉਂਦੀ। ਉਹਦੇ 2 ਕਾਰਨ ਹੁੰਦੇ ਨੇ। ਇੱਕ ਤਾਂ ਇਹ ਕਾਰਨ ਹੁੰਦਾ ਹੈ ਕਿ ਜਦੋਂ ਸਰਕਾਰ ਨੂੰ ਵੀ ਨਹੀਂ ਪਤਾ ਕਿ ਬਿੱਲ 'ਚ ਕੀ ਹੈ, ਜਾਂ ਫਿਰ ਸਰਕਾਰ ਨੂੰ ਬਹੁਤ ਜ਼ਿਆਦਾ ਪਤਾ ਹੈ, ਉਹਨਾਂ ਨੂੰ ਇਹ ਪਤਾ ਹੈ ਕਿ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਵੀਕਨੈਸਿਸ ਨੇ, ਘੁੰਡੀਆਂ ਨੇ ਵਿੱਚ, ਉਹ ਆਪੋਜੀਸ਼ਨ ਕਿਤੇ ਫੜ ਨਾ ਲਵੇ। ਇਹੀ ਕਾਂਗਰਸ ਲੋਕ ਸਭਾ ਦੇ ਵਿੱਚ ਆਪੋਜੀਸ਼ਨ 'ਚ ਹੈ। ਜਦੋਂ ਉੱਥੇ ਉਹ ਐਂ ਬਿੱਲ ਲੈ ਕੇ ਆਉਂਦੇ ਨੇ, ਅੱਧੇ ਘੰਟੇ 'ਚ ਪਾਸ ਕਰਾ ਲੈਂਦੇ ਨੇ, ਤਾਂ ਇਹੀ ਕਾਂਗਰਸ ਬਾਈਕਾਟ ਕਰਦੀ ਹੁੰਦੀ ਹੈ, ਸਾਨੂੰ ਬਿੱਲ ਕਿਉਂ ਨਹੀਂ ਪੜ੍ਹਾਏ ਗਏ। ਇੱਥੇ ਫਿਰ ਉਹੀ ਗੱਲਾਂ ਜਿਹੜੀਆਂ ਸਟੇਟਾਂ ਦੇ ਵਿੱਚ ਉਹ ਆਪਣੇ ਵੱਲੋਂ ਲਾਗੂ ਕਰ ਰਹੇ ਨੇ। ਸੋ ਜਦੋਂ ਸਾਨੂੰ ਬਿੱਲ 10 ਵਜੇ ਵੀ ਲਿਆਂਦਾ ਗਿਆ, ਉਸ ਵੇਲੇ ਵੀ ਸਾਡੇ MLAs ਨੇ ਕਿਹਾ, ਔਨ ਰਿਕਾਰਡ ਹੈ, ਕੈਪਟਨ ਸਾਹਿਬ ਵੀ ਬੋਲ ਰਹੇ ਸੀ ਕਿ ਹਰ ਚੀਜ਼ ਜਿਹੜੀ ਹੈ ਵਿਧਾਨ ਸਭਾ 'ਚ ਬੋਲੀ ਜਾਂਦੀ ਹੈ ਉਹਨੂੰ ਕਢਾਇਆ ਜਾ ਸਕਦਾ, ਔਨ ਰਿਕਾਰਡ ਹੈ। ਸਾਡੇ MLAs ਕਿਹਾ ਘੰਟਾ ਤਾਂ ਦੇ ਦਿਓ, 1 ਘੰਟਾ ਤਾਂ ਦੇ ਦਿਓ, ਬਿੱਲ ਤਾਂ ਪੜ੍ਹ ਲਈਏ ਨਾ। ਨਹੀਂ ਜੀ, ਕਹਿੰਦੇ ਬਸ ਪਾਸ ਕਰੋ ਤੁਸੀਂ, ਜਿੰਨੇ ਚਿਰ ਅਸੀਂ ਬੋਲਦੇ ਉਹਨੇ ਚਿਰ ਪੜ੍ਹ ਲਿਓ। ਸੋ ਉਹਦਾ ਕਾਰਨ ਜਿਹੜਾ ਹੈ ਇੱਕ ਗੁੱਡ ਫੇਥ ਤੇ ਗੁੱਡ ਜੈਸਚਰ ਤੇ, ਤਾਂ ਕਿ ਇਹ ਮੈਸੇਜ ਨਾ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇਕਜੁੱਟ ਨਹੀਂ ਹੈਗੀਆਂ। ਪਾਸ ਹੋ ਗਿਆ ਤੇ ਚਲੋ ਰਾਜਪਾਲ ਕੋਲ ਸਰਕਾਰ ਦਾ ਤਰਕ ਸੀ ਕਿ ਕਾਨੂੰਨੀ ਮਾਹਿਰ ਜਿਹੜੇ ਸੀ, ਚਾਹੇ ਉਹ ਕਪਿਲ ਸਿੱਬਲ ਸੀਗੇ, ਅਭਿਸ਼ੇਕ ਸਿੰਘ ਵੀ ਸੀਗੇ, ਉਹਨਾਂ ਤੋਂ ਇਹਦੀ ਰਾਏ ਲਈ ਗਈ ਸੀ। ਔਰ ਇੱਕ ਇਹ ਵੀ ਅੰਦੇਸ਼ਾ ਸੀਗਾ ਕਿ ਬਿੱਲ ਕਿਤੇ ਚੈਲੰਜ ਨਾ ਹੋ ਜਾਏ ਕੋਰਟ 'ਚ, ਇਸ ਲਈ ਉਹਨੂੰ ਆਖਰੀ ਸਮੇਂ ਤੇ ਲਿਆਂਦਾ ਗਿਆ। ਲੇਕਿਨ ਡਿਸਕਸ਼ਨ ਦਾ ਤਾਂ ਟਾਈਮ ਪੂਰਾ ਮਿਲਿਆ ਨਾ ਵਿਧਾਨ ਸਭਾ। ਡਿਸਕਸ਼ਨ ਦੇਖੋ, ਜਦੋਂ ਪੜ੍ਹਨ ਤੋਂ ਬਿਨਾਂ ਡਿਸਕਸ਼ਨ ਕੀ ਕਰ ਲਓਗੇ। ਠੀਕ ਹੈ, ਅਸੀਂ ਸਾਥ ਦਿੱਤਾ ਕਿ ਕਈ ਮੌਕੇ ਇਹੋ ਜਿਹੇ ਆ ਜਾਂਦੇ ਨੇ ਸਟੇਟ ਤੇ ਕਿ ਜਦੋਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪਣੇ ਵਿਰੋਧੀ ਜਿਹੜੀਆਂ ਮਤਭੇਦ ਉਹਨਾਂ ਤੋਂ ਉੱਪਰ ਉੱਠ ਕੇ ਸਪੋਰਟ ਕਰਨੀ ਪੈਂਦੀ ਹੈ, ਕੀਤੀ। ਮਹਿਮਾਨ ਸਾਡੇ ਨਾਲ ਜੁੜਨ ਜਾ ਰਹੇ ਨੇ। BJP ਤੋਂ ਸੀਨੀਅਰ ਲੀਡਰ ਤਰੁਣ ਚੁਗ ਜੀ ਸਾਡੇ ਨਾਲ ਜੁੜਨਗੇ। ਤਰੁਣ ਚੁਗ ਜੀ ਨੂੰ ਮੈਂ ਕਹੂੰਗੀ ਕਿ ਸਟੇਜ ਤੇ ਆ ਜਾਣ। ਬਹੁਤ ਬਹੁਤ ਸਵਾਗਤ ਹੈ ਤਰੁਣ ਜੀ ਤੁਹਾਡਾ। ਬੜਾ ਚੰਗਾ ਹੋਇਆ ਕਿ ਹੁਣ ਬਹੁਤ ਸਾਰੇ ਸਵਾਲ ਤੁਹਾਡੇ ਕੋਲ ਵੀ ਲੈਣੇ ਸੀ ਤੇ 2 ਪਾਰਟੀਆਂ ਸਾਡੀਆਂ ਇਕੱਠੀਆਂ ਹੋ ਗਈਆਂ। ਇੱਕ ਸਵਾਲ, ਪਾਰਟੀਆਂ ਇਕੱਠੀਆਂ ਹੋ ਗਈਆਂ, ਦਿਲ ਵੀ ਇਕੱਠੇ ਗਏ ਸਾਡੇ, ਦਿਲੋਂ ਇਕੱਠੇ। ਚਲੋ ਬੜਾ ਵਧੀਆ ਲੱਗਿਆ ਸੁਣ ਕੇ। ਤਰੁਣ ਜੀ, ਮੇਰਾ ਸਭ ਤੋਂ ਪਹਿਲਾ ਸਵਾਲ, 300 ਤੋਂ ਜ਼ਿਆਦਾ ਜਗ੍ਹਾ ਤੇ ਕਿਸਾਨ ਧਰਨੇ ਲਾ ਕੇ ਬੈਠੇ ਆ। ਬਹੁਤ ਇਹੋ ਜਿਹੇ ਬਿਆਨ ਆਉਂਦੇ ਆ ਜਿਹੜੇ ਉਹਨਾਂ ਨੂੰ ਹੋਰ ਜ਼ਿਆਦਾ ਸਿਚੁਏਸ਼ਨ ਨੂੰ ਖਰਾਬ ਕਰ ਰਹੇ ਆ। ਉਹ 'ਚ ਇੱਕ ਤੁਹਾਡਾ ਬਿਆਨ ਆਇਆ ਸੀ ਵੀ ਵਿਚੋਲੀਏ ਕਹਿ ਰਹੇ ਸੀ, ਕੋਈ ਤੁਹਾਡੇ ਕਹਿੰਦੇ ਆ ਜੀ ਵੇਲੜ ਬੰਦੇ ਨੇ, ਇਹ ਕਿਸਾਨ ਹੈ ਨਹੀਂ। ਤੁਸੀਂ ਇਹ ਵੀ ਸ਼ਾਇਦ ਕਿਹਾ ਸੀ ਇਹ ਕਾਂਗਰਸ ਦੇ ਬੰਦੇ ਆ। ਅੱਜ ਇਸ ਮੰਚ ਤੋਂ ਤੁਸੀਂ ਉਹਦੇ ਬਾਰੇ ਕਲੈਰੀਫਿਕੇਸ਼ਨ ਦੇਣਾ ਚਾਹੋਗੇ ਕਿ ਜਿਹੜੇ ਲੋਕ ਉਹ 300 ਜਗ੍ਹਾ ਤੇ ਧਰਨੇ ਲਾ ਕੇ ਬੈਠੇ, ਆਖਿਰ ਉਹ ਬੰਦੇ ਹੈ ਕੌਣ ਨੇ? ਕਿਸਾਨ ਯੂਨੀਅਨ ਨੇ ਧਰਨਾ ਦਿੱਤਾ 25 ਸਤੰਬਰ ਨੂੰ। 25 ਸਤੰਬਰ ਦੀ ਘੋਸ਼ਣਾ ਕੋਈ 16 ਜਾਂ 17 ਸਤੰਬਰ ਦੇ ਉਹਨਾਂ ਦੀ ਮੀਟਿੰਗ 'ਚ ਹੋਈ। ਇੱਕ ਲੈਟਰ ਨਿਕਲਿਆ 19 ਸਤੰਬਰ ਨੂੰ, ਤੁਹਾਡੇ ਚੈਨਲ ਨੇ ਸਭ ਨੂੰ ਪਹਿਲੇ ਦਿਖਾਇਆ ਕਿ ਵੀ ਪੰਜਾਬ ਸਰਕਾਰ ਨੇ ਆਰਡਰ ਜਾਰੀ ਕੀਤੇ ਹੈ ਕਿ ਸਾਰੇ ਪੰਚ ਸਰਪੰਚ ਵੀਡੀਓਜ਼ ਹਾਜ਼ਰੀ ਲਵਾਂਗੇ ਕਾਂਗਰਸ ਦੇ ਧਰਨਿਆਂ ਤੇ। ਕਾਂਗਰਸ ਨੇ ਇਸ ਅੰਦੋਲਨ ਨੂੰ ਹਾਈਜੈਕ ਕਰਨ ਵਾਸਤੇ 21 ਸਤੰਬਰ ਨੂੰ ਆਪਣਾ ਅੰਦੋਲਨ ਸ਼ੁਰੂ ਕੀਤਾ। ਔਰ ਪੰਜਾਬ ਦੇ ਵਿੱਚ ਅੱਜ ਖੇਤੀ ਬਿੱਲਾਂ ਤੇ ਜੋ ਪਰਸੈਪਸ਼ਨ ਹੈ, ਉਹ ਪਰਸੈਪਸ਼ਨ ਕ੍ਰੀਏਟ ਕੀਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ। ਔਰ ਇੱਕ ਝੂਠੀ ਪਰਸੈਪਸ਼ਨ ਕ੍ਰੀਏਟ ਕਰ ਦਿੱਤੀ, ਕਿਉਂਕਿ ਲੌਜਿਕ ਹੈ ਪੇਪਰਸ ਦੇ ਉੱਤੇ,
ਇਹ ਸੰਸਦ 'ਚ ਬੋਲਦੇ ਨੇ, ਪੇਪਰਸ ਤੇ ਬੋਲਦੇ ਨੇ, ਫੈਕਟਸ ਤੇ ਬੋਲਦੇ ਨੇ। ਬਿੱਲ ਪਾਸ ਹੋਏ ਨੇ, ਫੈਕਟਸ ਦੇ ਉੱਤੇ ਪਾਸ ਹੋਏ ਨੇ। ਅੱਜ ਪੰਜਾਬ 'ਚ ਪਰਸੈਪਸ਼ਨ ਹੈ ਕਿ ਖੇਤੀ ਬਿੱਲ, ਔਰ ਮੈਂ ਜੋ ਪਰਸੈਪਸ਼ਨ ਕਹਿ ਰਿਹਾ ਤੁਹਾਡੇ ਟੀਵੀ ਚੈਨਲਸ ਤੇ ਕੈਬਨਿਟ ਸਰਕਾਰ, ਪੰਜਾਬ ਸਰਕਾਰ ਦੇ ਕੈਬਨਿਟ ਮਿਨਿਸਟਰ ਸੀ, ਇਹ ਵਰਡਸ ਨੇ, ਪੜਿਆ ਨਹੀਂ, ਗੁੜਿਆ ਨਹੀਂ, ਸਿਰਫ ਭਾਸ਼ਣ ਸੇ ਪੁਆਇੰਟ ਦੇਤੇ। ਈਵਨ ਸੀਐਮ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਅਦਾਨੀ ਔਰ ਅੰਬਾਨੀ ਖਾ ਜਾਣਗੇ। ਮੈਂ ਬਿੱਲ ਲੈ ਕੇ ਆਇਆ, ਮੈਨੂੰ ਇੱਕ ਅਕਸ਼ਰ ਕੈਪਟਨ ਸਾਹਿਬ ਨੂੰ ਮੈਂ ਤੁਹਾਡੇ ਇਸ ਟੀਵੀ ਮੀਡੀਆ ਰਾਹੀਂ ਨਿਵੇਦਨ ਕਰਨਾ, ਮੈਂ ਚੈਲੰਜ ਨਹੀਂ ਕਰਦਾ, ਸੀਨੀਅਰ ਆਦਮੀ ਨੇ, ਇੱਕ ਸ਼ਬਦ ਇਹ 'ਚ ਦੱਸਣ ਕਿ ਜ਼ਮੀਨ ਕਿਸਾਨ ਦੀ ਮੋਰਟਗੇਜ ਹੋਏਗੀ ਬੈਂਕ ਕੋਲ ਜਾਂ ਕਿਸੇ ਇੰਡੀਵਿਜੂਅਲ ਕੋਲ। ਮੈਨੂੰ ਹੈਰਾਨਗੀ ਹੈ, ਜਿਹੜਾ ਪੁਰਾਣਾ ਸਾਡਾ ਪੰਜਾਬ ਦੇ ਅੰਦਰ 2013 ਤੋਂ ਕਾਨੂੰਨ ਹੈ, ਔਰ ਉਸ ਤੋਂ ਪਹਿਲੇ ਕੰਟਰੈਕਟ ਫਾਰਮਿੰਗ ਕਈ ਸਾਲਾਂ ਤੋਂ ਹੋ ਰਹੀ ਹੈ। ਪੰਜਾਬ ਦੇ ਅੰਦਰ ਕੰਟਰੈਕਟ ਫਾਰਮਿੰਗ ਦਾ ਰਿਵਾਜ ਹੈ ਕਿ ਪੰਜਾਬ 'ਚ 100 ਕਿੱਲੇ 50 ਕਿੱਲੇ ਵਾਲਾ ਕਿਸਾਨ ਹੈ, ਕਿਸੇ 10 ਕਿੱਲੇ ਕੋਈ ਚਲਾ ਰਿਹਾ, 10 ਕਿੱਲੇ ਕੋਈ ਚਲਾ ਰਿਹਾ। ਉਹਦੇ ਵਿੱਚ ਕਿਰੇ ਨਾ ਕਿਰੇ ਜ਼ਮੀਨ ਮੋਰਟਗੇਜ ਹੁੰਦੀ ਸੀ। ਜਿਹੜਾ ਨਵਾਂ ਕਾਨੂੰਨ ਲਿਆਂਦਾ ਔਰ ਜੋ ਸਬਜੈਕਟ ਯੂਜ਼ ਕੀਤਾ ਹੈ, ਵਰਡ ਯੂਜ਼ ਕੀਤਾ ਹੈ ਕਿ ਮੋਰਟਗੇਜ ਕਿਸੇ ਵੀ ਸੂਰਤ 'ਚ ਕਿਸਾਨ ਦੀ ਜ਼ਮੀਨ ਨਾ ਬੈਂਕ ਕਰ ਸਕਦਾ ਹੈ, ਨਾ ਹੀ ਕੋਈ ਸਾਹੂਕਾਰ ਕਰ ਸਕਦਾ। ਲੇਕਿਨ ਅੱਜ ਤੁਸੀਂ ਪੰਜਾਬ ਦੇ ਕਿਸਾਨ ਨੂੰ ਜਾ ਕੇ ਪੋਲੀਟੀਕਲ ਪਾਰਟੀ ਗਲਤ ਹੋ ਸਕਦੀ ਹੈ। ਨਹੀਂ, ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ, ਕਿਸਾਨ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਹੈ ਕਿ ਪੰਜਾਬ ਦੇ ਅੰਦਰ ਫਾਰਮਿੰਗ ਅੰਦੋਲਨ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਨਿਕਲਣ ਵਾਸਤੇ ਉਹਨੂੰ ਇੱਕ ਕਿਸ਼ਤੀ ਦਿੱਤੀ ਕਿ ਬਾਕੀ ਪਾਰਟੀਆਂ ਬੜੀ ਤੇਜ਼ੀ ਨਾਲ ਵੱਧ ਰਹੀਆਂ ਔਰ ਮੈਂ ਇਸ ਵੇਲੇ 7 ਸਟਾਰ ਫਾਰਮ ਹਾਊਸ ਚੋਂ ਬਾਹਰ ਨਹੀਂ ਨਿਕਲ ਪਾ ਰਿਹਾ। ਇਟ ਇਜ਼ ਦਾ ਟਾਈਮ। ਮੈਂ ਜਿਹੜੀ ਗੱਲ ਇਹਨਾਂ ਨੇ, ਮੈਂ ਸੁਣ ਰਿਹਾ ਸੀ, ਇਹਨਾਂ ਨੇ ਕਹਿ ਰਹੇ ਸੀ ਕਿ ਫਸਲਾਂ ਦਾ ਰਾਖਾ, ਕਿਸਾਨਾਂ ਦਾ ਰਾਖਾ ਬਣ ਕੇ ਸਾਹਮਣੇ ਆਵਾਂ। ਮੈਂ ਥੋੜਾ ਜਿਹਾ ਰੁਕਣਾ ਚਾਹੂੰਗਾ। ਡਾਕਟਰ ਸਾਹਿਬ ਨੇ ਕਿਹਾ ਕਿ ਉਹਦੇ 'ਚ ਕਿਤੇ ਮੌਰਗੇਜ ਨਹੀਂ ਲਿਖਿਆ ਹੋਇਆ ਜ਼ਮੀਨ ਦੀ, ਪਰ ਇਹ ਵੀ ਤਾਂ ਹੈਗਾ ਨਾ ਕਿ 25-25 ਸਾਲ ਦੇ ਜਿਹੜੇ ਕੰਟੈਕਟ ਤੇ ਲੈ ਲਈ ਜਾਊਗੀ ਜ਼ਮੀਨ, ਤੇ ਉਸ ਤੋਂ ਬਾਅਦ ਤੁਸੀਂ ਜਾ ਵੀ ਨਹੀਂ ਕਿਸੇ ਕੋਰਟ 'ਚ ਸਕਦੇ। 5 ਏਕੜ ਤੋਂ ਘੱਟ, 80% ਦੇ ਨੇੜੇ ਤੇੜੇ ਸਾਡੇ 5 ਏਕੜ ਤੋਂ ਘੱਟ ਨੇ, ਤਾਂ ਉਹਦੇ ਕੋਲ ਸਿਰਫ ਉਹੀ ਉਹਨੂੰ ਜ਼ਮੀਨ ਨੂੰ ਮਾਂ ਕਹਿੰਦੇ ਆ। ਤੁਸੀਂ ਮੈਨੂੰ ਦੱਸ ਦਿਓ ਕਿ ਜੇ ਮੌਰਗੇਜ ਨਹੀਂ, ਮਤਲਬ ਜ਼ਮੀਨ ਦੀ ਮੌਰਗੇਜ ਬੈਂਕ ਨਹੀਂ ਕਰ ਸਕੂਗੀ, ਇਹ ਲਿਖਿਆ ਹੋਇਆ ਉਹਦੇ 'ਚ, ਤਾਂ ਉਹ 'ਚ MSP ਅੰਗਰੇਜ਼ੀ ਦੇ 3 ਅੱਖਰ ਉਹ ਲਿਖਣ 'ਚ ਕੀ ਹਰਜ ਸੀਗਾ ਫਿਰ? ਤੇ ਫਿਰ ਤੁਸੀਂ ਉਹਨਾਂ ਨੂੰ ਇਹ ਗੱਲ ਜਦੋਂ ਤੋਮਰ ਸਾਹਿਬ ਨਾਲ ਮੀਟਿੰਗ ਕਰਨ ਗਏ ਸੀ ਕਿਸਾਨ, ਜਾਂ ਫਿਰ ਦੁਬਾਰਾ ਫਿਰ ਮੀਟਿੰਗ ਹੋਈ, ਹੁਣ ਫਿਰ 21 ਤਰੀਕ ਨੂੰ ਅੱਜ ਮੇਰੇ ਖਿਆਲ 'ਚ ਬੁਲਾਏ ਹੋਏ ਨੇ, ਮਤਲਬ ਉਦੋਂ ਕਿਉਂ ਸਮਝਾਉਣ 'ਚ ਨਾਕਾਮਯਾਬ ਰਹੇ? ਹੁਣ ਤੁਸੀਂ ਕੈਪਟਨ ਸਾਹਿਬ ਨੂੰ ਕਹੀ ਜਾਂਦੇ ਹੋ, ਆਮ ਆਦਮੀ ਪਾਰਟੀ ਨੂੰ ਕਹੀ ਜਾਂਦੇ ਹੋ, ਤੁਸੀਂ ਭੜਕਾਉਂਦੇ ਹੋ। ਅਕਾਲੀ ਦਲ ਵੀ ਪਹਿਲਾਂ ਦੇਖੋ 2.5 ਮਹੀਨੇ ਅਕਾਲੀ ਦਲ ਪਰਿਵਾਰ ਜਿਹੜਾ ਹੈ ਉਹ 2.5 ਮਹੀਨੇ ਬਿੱਲਾਂ ਦੀ ਤਾਰੀਫ ਕਰੀ ਗਿਆ, ਬਹੁਤ ਸੋਹਣੇ ਬਿੱਲ ਨੇ। ਪਰ ਜਦੋਂ 15 ਸਤੰਬਰ ਨੂੰ ਉੱਥੇ ਬਿੱਲ ਆਏ, ਉਹ ਕਹਿੰਦੇ ਇਸ ਤਾਂ ਪੜ੍ਹੇ ਹੀ ਨਹੀਂ, ਫਿਰ ਬਿਨਾਂ ਪੜ੍ਹੇ ਤਾਰੀਫ ਕਿਉਂ ਕਰੀ ਗਏ? ਪਹਿਲੀ ਗੱਲ ਉਹਨਾਂ ਤੇ ਵੀ ਮੈਂ ਪੁੱਛਣਾ ਚਾਹੁੰਦਾ। ਸੋ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਜੇ ਇੱਥੋਂ ਰਹਿ ਗਿਆ, ਕੈਪਟਨ ਸਰਕਾਰ ਵੱਲੋਂ ਰਹਿ ਗਿਆ ਕਿ ਹਾਂ ਅਸੀਂ ਉਹਨਾਂ ਨੂੰ ਦੱਸ ਨਹੀਂ ਪਾਏ, ਤਾਂ ਕਿਤੇ ਨਾ ਕਿਤੇ ਸੈਂਟਰ ਸਰਕਾਰ ਵੱਲੋਂ ਵੀ ਕਮਿਊਨੀਕੇਸ਼ਨ ਗੈਪ ਰਹਿ ਗਿਆ। ਤੁਸੀਂ ਉਹਨਾਂ ਨੂੰ ਬੁਲਾ ਕੇ ਇਹ ਇੱਥੋਂ ਤੱਕ ਨੌਬਤ ਕਿਉਂ ਆਉਣ ਦਿੱਤੀ ਗਈ ਕਿ ਸਾਨੂੰ ਮਾਲ ਗੱਡੀਆਂ ਜ਼ਬਰਦਸਤੀ ਬੰਦ ਕਰਨੀਆਂ ਪੈ ਰਹੀਆਂ ਨੇ, ਜਾਂ ਪਹਿਲਾਂ ਪੈਸੇਂਜਰ ਟ੍ਰੇਨ ਚਲਾਓ ਫਿਰ ਚਲਾਵਾਂਗੇ? ਐਸਾ ਕਿ ਪਹਿਲੀ ਗੱਲ ਸਾਨੂੰ ਸਮਝਣੀ ਪਏਗੀ, ਹਿੰਦੁਸਤਾਨ 'ਚ ਜਾਂ ਕਿਸੇ ਵੀ ਕੰਟਰੀ 'ਚ ਜਦੋਂ ਕਾਨੂੰਨ ਬਣਦਾ ਹੈ, ਕੰਟਰੈਕਟ ਦਾ ਜਿਹੜਾ ਕਾਨੂੰਨ ਹੈ ਉਹ ਹਰ ਕਿਸਾਨ ਅਸੈਪਟ ਕਰੇ, ਇਹ ਜ਼ਰੂਰੀ ਨਹੀਂ ਹੈ। ਮੈਂ ਮੰਨ ਲਓ ਕੰਟਰੈਕਟ ਫਾਰਮਿੰਗ 'ਚ ਜਾਣਾ ਚਾਹੁੰਦਾ, ਪੂਰੇ ਦੇਸ਼ ਵਾਸਤੇ ਕਾਨੂੰਨ ਹੈ, ਪੰਜਾਬ ਵਾਸਤੇ ਵੀ ਨਹੀਂ ਹੈ ਇਕੱਲੇ, ਪੂਰੇ ਦੇਸ਼ ਵਾਸਤੇ। ਹੁਣ ਸਾਨੂੰ ਪਹਿਲੇ ਸਮਝਣਾ ਪਏਗਾ ਕੰਟਰੈਕਟ ਫਾਰਮਿੰਗ, ਮਾਫੀ ਚਾਹੁੰਦਾ ਤੁਸੀਂ ਮੇਰੇ ਵੱਡੇ ਭਰਾ ਵੀ ਹੋ ਔਰ ਬਹੁਤ ਸਾਰਾ ਜ਼ਿਆਦਾ ਸਮਾਂ ਤੁਸੀਂ ਪਾਰਲੀਮੈਂਟ 'ਚ ਵੀ ਹੋ। ਕੰਟਰੈਕਟ ਫਾਰਮਿੰਗ ਜਿਹੜੀ ਹੈ ਦੇਸ਼ ਦੇ ਅੰਦਰ ਅਲੱਗ-ਅਲੱਗ ਕੋਨਿਆਂ ਅੰਦਰ ਅੱਜ ਕੰਟਰੈਕਟ ਫਾਰਮਿੰਗ ਦਾ ਇੱਕ ਨਵਾਂ ਰਿਵਾਜ ਬਣਿਆ। ਹੁਣ ਕੰਟਰੈਕਟ ਫਾਰਮਿੰਗ ਦੇ ਡੀਮੈਰਿਟਸ ਕੀ ਨੇ? ਕਿਉਂਕਿ ਪੰਜਾਬ 'ਚੋਂ ਕਨਸੈਪਟ ਹੀ ਨਹੀਂ ਹੈਗਾ, ਲੇਕਿਨ ਅਸੀਂ ਅੰਦੋਲਨ ਕਰ ਰਹੇ ਹਾਂ। ਕੰਟਰੈਕਟ ਫਾਰਮਿੰਗ ਹੈ ਕਿ ਇੱਕ ਬਹੁਤ ਵੱਡਾ ਖੇਤਰ 'ਚ ਬਾਗ ਲੱਗਾ ਅੰਬਾਂ ਦਾ, ਹਿੰਦੁਸਤਾਨ ਦੀ ਇੱਕ ਚੇਨ ਨੇ ਉਹ ਅੰਬਾਂ ਦਾ ਬਾਗ 25 ਏਕੜ ਦਾ ਬਾਗ ਹੈ ਜਾਂ 100 ਏਕੜ ਦਾ ਬਾਗ ਹੈ, ਫਾਰਮਰ ਨੂੰ ਕਿਹਾ ਕਿ ਇਸ ਬਰੀਡ ਦਾ ਤੂੰ ਅੰਬ ਪੈਦਾ ਕਰ, ਮੈਂ ਤੇਰੇ ਕੋਲ ਪਰਚੇਸ ਕਰਾਂਗਾ। ਫਾਰਮਰ ਨੇ ਕਿਹਾ ਓਕੇ। ਅੱਗੇ ਕਾਨੂੰਨ ਹੈ ਵੈ ਕਿ ਉਹ ਕੰਟਰੈਕਟ ਜਦੋਂ ਕਰਦਾ ਸੀ, ਉਹਦੀ ਜ਼ਮੀਨ, ਕਿਉਂਕਿ ਉਹ ਜਿਹੜਾ ਲਾਲਾ ਜਾਂ ਕੰਪਨੀ ਸੀ ਉਹਨੂੰ ਫਾਈਨਾਂਸ ਕਰਦੀ ਸੀ, ਉਹਨੂੰ ਲਿਖਦੀ ਸੀ, ਔਰ ਵੀ ਚਾਹੁੰਦਾ ਸੀ ਕਿ ਉਹਦੀ ਜ਼ਮੀਨ ਮੋਰਟਗੇਜ ਹੋਏਗੀ। ਅਸੀਂ 20 ਲੱਖ ਰੁਪਇਆ, 50 ਲੱਖ ਰੁਪਇਆ, 1 ਕਰੋੜ ਰੁਪਇਆ ਇਹਨੂੰ ਦਿੱਤਾ ਹੈ, ਨਾਲ ਅੰਬ ਠੀਕ ਰੱਖਣਾ ਸੀ, ਕੋਲਡ ਸਟੋਰੇਜ ਬਣਾਇਆ, ਇੱਕ ਨਾਲ ਅਸੀਂ ਇਹਨੂੰ ਕੋਈ ਅਲੱਗ ਐਕਸਟਰਾ ਨਸਲ ਲਿਆ ਕੇ ਦਿੱਤੀ ਹੈ। ਇਹ ਸਾਰੇ ਦੀ ਕੋਸਟ 20 ਲੱਖ ਰੁਪਏ ਬਣਦੀ ਹੈ। ਐਸਪੀ ਦੇ 20 ਲੱਖ ਰੁਪਏ ਅਸੀਂ ਫਾਰਮਰ ਨੂੰ ਦੇਣ ਲੱਗੇ ਹਾਂ, ਤੇ ਲਾਲਾ ਫਾਰਮਰ ਕੋਲ ਜਾਂ ਕੰਪਨੀ ਫਾਰਮਰ ਕੋਲ ਲਿਖਾਉਂਦੀ ਸੀ ਕਿ ਮੈਂ ਸੋ ਐਂਡ ਸੋ ਬੰਬੇ ਦੀ ਕੰਪਨੀ ਕਿਸ਼ਨਗੰਜ ਯੂਪੀ ਦੇ ਇਸ
ਅੰਬ ਵਾਲੇ ਜਿਹੜਾ ਕਿਸਾਨ ਹੈ ਇਹਨਾਂ ਕੰਟਰੈਕਟ ਕਰ ਲਿਆ ਔਰ ਇਹ ਜ਼ਮੀਨ 25 ਲੱਖ ਨੂੰ ਦਿੱਤਾ, ਇਹਦੇ ਬਦਲੇ ਇਹਦੇ ਕੋਲ ਜ਼ਮੀਨ ਲੈ ਲਈ ਔਰ ਇਹ ਜਦੋਂ ਤੱਕ ਨਹੀਂ ਕਰੇਗਾ ਇਹ ਜ਼ਮੀਨ ਮੋੜ ਗਈ ਰਹੇਗੀ। ਅਸੀਂ ਉਹਨੂੰ ਤੋੜਿਆ। ਅਸੀਂ ਕਿਹਾ ਕਿ ਤੁਸੀਂ ਜਿਹੜਾ ਮਰਜ਼ੀ ਕੈਪਟ ਕਰੋ, ਆਪਣਾ ਸਮਝੌਤਾ ਕਰੋ, ਲੇਕਿਨ ਸਮਝੌਤੇ ਦੇ ਵਿੱਚ ਜ਼ਮੀਨ ਮੋੜਗੇਜ ਨਹੀਂ ਹੋਏਗੀ। ਅਸੀਂ ਡਿਨਾਇਲ ਕੀਤਾ, ਨੰਬਰ 1। ਨੰਬਰ 2, ਉਹ ਸ਼ਾਮਲ ਹੋਣਾ ਚਾਹੇ ਨਾ ਹੋਏ ਔਰ ਤੇ ਕਿਸਾਨ ਤੇ। ਪਹਿਲੇ ਕੀ ਸੀ ਕਿ ਸ਼ਰਤਾਂ ਦੇ ਵਿੱਚ ਕਿਸਾਨ ਔਰ ਕੰਪਨੀ ਦੋਨੋਂ ਆਪਣੀਆਂ ਸ਼ਰਤਾਂ ਰੱਖਦੀਆਂ ਸੀ। ਅਸੀਂ ਬਾਹਰ ਦਿੱਤੀ ਹੈ ਕਿ ਕੋਈ ਵੀ ਕੰਪਨੀ ਜਾਂ ਲਾਲਾ ਉਸ ਕਿਸਾਨ ਨੂੰ ਸ਼ਰਤ ਨਹੀਂ ਰੱਖ ਸਕਦਾ। ਹੁਣ ਅਸੀਂ ਬਾਹਰ ਦਿੱਤੀ ਹੈ ਕਿ ਮੰਨ ਲਓ ਜਿਹੜਾ ਪੈਸਾ ਉਹਨੇ ਐਡਵਾਂਸ ਦਿੱਤਾ ਹੈ, ਉਹ ਪੈਸਾ ਜਿਹੜਾ ਕੰਪਨੀ ਔਰ ਕੋਲੋਂ ਲੈਗੀ, ਜਦੋਂ ਝਗੜਾ ਪਏਗਾ ਉਸ ਝਗੜੇ 'ਚ ਕੰਪਨੀ ਉਸ ਆਦਮੀ ਨੂੰ ਬੰਬੇ ਨਹੀਂ ਬੁਲਾਏਗੀ, ਉਸੀ ਲੋਕਲ ਕੋਰਟ ਜਿਹੜੀ ਉਹਦੇ ਲੋਕਲ ਔਰ ਖੇਤ ਨੂੰ ਲੱਗਦੀ ਹੈ ਉਸ ਕੋਰਟ 'ਚ ਬੁਲਾਏਗੀ। ਅੱਗੇ ਕੀ ਹੁੰਦਾ, ਕਿਸਾਨ ਡਰ ਜਾਂਦਾ ਸੀ ਕਿ ਮੈਂ ਕਿਸ਼ਨਗੰਜ ਯੂਪੀ ਤੋਂ ਉੱਠ ਕੇ ਬੰਬੇ ਜਾਣਾ ਹੈ, ਤੇ ਛੱਡੋ ਯਾਰ ਕੰਪਨੀ ਨਾਲ ਸਮਝੌਤਾ ਕਰ ਲਓ। ਪੈਸਾ ਕੰਪਨੀ ਜਿਹੜਾ ਕਿਸਾਨ ਨੂੰ ਦੇਗੀ ਉਹਦੇ ਬਦਲੇ 'ਚ ਕੋਈ ਮੋੜ ਗਈ ਨਹੀਂ। ਮੰਨ ਲਓ ਝਗੜਾ ਪੈ ਗਿਆ ਕਿਸਾਨ ਔਰ ਕੰਪਨੀ 'ਚ, ਸ਼ਰਤਾਂ ਇਸ ਢੰਗ ਨਾਲ ਡਰਾਫਟ ਹੈਗੀਆਂ ਕਿ ਕਿਸਾਨ ਅਗਰ ਉਹਦੇ 'ਚ ਕਾਨੂੰਨ ਬਣਾਤਾ ਹੈ, ਅਗਰ ਸਾਬਤ ਹੋ ਗਿਆ ਕਿ ਕਿਸਾਨ ਗਲਤ ਹੈ ਤੇ ਉਹ ਕੰਪਨੀ ਦਾ ਜਿੰਨਾ ਐਡਵਾਂਸ ਲਿੱਤਾ ਕਿਸ਼ਤਾਂ 'ਚ ਵਾਪਸ ਕਰੇਗਾ ਔਰ ਜਦੋਂ ਚਾਹੇਗਾ ਵਾਪਸ ਕਰੇਗਾ। 10 ਕਿਸ਼ਤਾਂ, 12 ਕਿਸ਼ਤਾਂ, 3 ਸਾਲ। ਚੌਕ ਸਾਹਿਬ ਮੈਂ ਕੰਟੈਕਟ ਫਾਰਮਿੰਗ ਸਮੇਂ ਦੀ ਸੰਧੂ ਸਾਹਿਬ, ਦੇਖੋ ਇਹਨਾਂ ਦੇ ਜਾਂ ਤੇ ਇਹਨਾਂ ਦੇ ਕੁਐਸਚਨ ਆਏ ਸੀ, ਮੇਰੇ ਕੋਲ ਜਵਾਬ ਲੈ ਲਓ ਜਾਂ ਤੁਸੀਂ ਜਵਾਬ ਲੈ ਲਓ। ਦੇਖੋ ਕੰਟੈਕਟ ਫਾਰਮਿੰਗ ਤਾਂ ਗੰਨੇ ਦੀ ਹੁੰਦੀ ਹੈ ਨਾ, ਗੰਨੇ 'ਚ ਕਿਹੜਾ ਕੋਈ ਜ਼ਮੀਨ ਲਿਖੀ ਜਾਂਦੀ ਹੈ ਕਿ ਗੰਨਾ ਮਿੱਲਾਂ ਸਾਰਾ ਪੈਸਾ ਦੇ ਦਿੰਦੀਆਂ ਨੇ ਗੰਨੇ ਦਾ, ਉਹ ਗੰਨਾ ਭਿਜਵਾਉਂਦੀਆਂ ਨੇ, ਬਾਅਦ 'ਚ ਕਿਸਾਨਾਂ ਨੂੰ ਧਰਨੇ ਦੇਣੇ ਪੈਂਦੇ ਕਿ ਸਾਡੇ ਗੰਨੇ ਦਾ ਪੈਸਾ ਦੇ ਦਿਓ। ਦੇਖੋ ਚੰਨੋ ਸਾਡੇ ਮੇਰੀ ਕੰਸਟੀਚੁਐਂਸੀ ਚੰਨੋ ਹੈ, ਚਿਪਸ ਦੀ ਲੇਜ਼ ਦੀ ਕੰਪਨੀ, ਉਹ ਆਲੂ ਭਿਜਵਾਉਂਦੇ ਆ, ਕਹਿੰਦੇ ਅਸੀਂ ਤੁਹਾਡਾ ਆਲੂ ਇੰਨੇ 'ਚ ਖਰੀਦਾਂਗੇ, ਪਰ ਜਦੋਂ ਆਲੂ ਪੈਦਾ ਹੁੰਦਾ ਹੈ ਤਾਂ ਇੱਕ ਸਮਝ ਲਓ ਕੜੇ ਵਰਗਾ ਇੱਕੋ ਕੱਢ ਲੈ, ਜੇ ਆਲੂ ਇਹਦੇ ਵਿੱਚ ਦੀ ਲੰਘਦਾ ਤਾਂ ਅਸੀਂ ਲਵਾਂਗੇ, ਜੇ ਆਲੂ ਇਹਦੇ ਵਿੱਚ ਦੀ ਨਾ ਲੰਘਿਆ ਤਾਂ ਫੈਟ ਹੈ। ਬਹੁਤ ਅੱਛੀ ਗੱਲ ਤੁਸੀਂ ਕਹੀ, ਮੈਨੂੰ ਇਹ ਦੱਸੋ ਇਸ ਚੀਜ਼ ਨੂੰ ਅਸੀਂ ਬਦਲ ਦਿੱਤਾ। ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਜਿਵੇਂ ਕਿਸਾਨ ਅੱਗੇ ਧੋਖੇ 'ਚ ਸੀ, ਉਸ ਧੋਖੇ 'ਚ ਅਸੀਂ ਕਿਸਾਨ ਨੂੰ ਕੱਢਿਆ। ਦੈਟ ਇਜ਼ ਜੋ ਇਹ ਕਹਿ ਰਹੇ ਸਹੀ ਕਹਿ ਰਹੇ। ਅੱਜ ਕਾਨੂੰਨ ਹੈ ਹੀ ਹੈ, ਲੇਕਿਨ ਨਵੇਂ ਕਾਨੂੰਨ 'ਚ ਨਹੀਂ ਹੈਗਾ। ਨਵੇਂ ਕਾਨੂੰਨ 'ਚ ਉਸ ਕਿਸਾਨ ਕੋਲੋਂ ਉਸ ਕੰਪਨੀ ਨੂੰ ਆਲੂ ਲੈਣਾ ਪਏਗਾ। ਕਿਸ ਭਾਅ ਵਿਕਦੀ ਪਈ ਹੈ, ਨਰਮਾ ਕਿੱਥੇ ਵਿਕੀ ਹੈ ਲਾਹੌਰ 'ਚ? ਬਿਲਕੁਲ। ਹੁਣ ਇੱਕ ਕਰਕੇ ਕੁਐਸਚਨ ਦਾ ਆਨਸਰ ਲਵੋ ਪਲੀਜ਼। ਦੇਖੋ ਗੱਲ ਦੇਖੋ ਸੰਧੂ ਸਾਹਿਬ, ਇਹ ਇੰਨੇ ਵਧੀਆ ਬਿੱਲ ਤੁਸੀਂ ਸਮਝਾਉਣ 'ਚ ਕਾਮਯਾਬ ਕਿਉਂ ਨਹੀਂ ਹੋਏ? ਲੇਕਿਨ ਮੇਰੀ ਆਵਾਜ਼ ਜ਼ਰੂਰ ਸੁਣੋ। ਤੁਹਾਡੀ ਬਹੁਤ ਬੁਲੰਦ ਆਵਾਜ਼ ਹੈ। ਨਹੀਂ ਮੇਰੀ ਗੱਲ ਸੁਣੋ। ਮਾਨ ਸਾਹਿਬ ਨੇ ਇੱਕ ਗੱਲ ਕਹੀ, ਜਿਹੜੀ ਗੱਲ ਪੈਪਸੀ ਦੇ ਕੰਟਰੈਕਟ ਦੇ ਅੰਦਰ ਸੀ, ਨਵੇਂ ਕੰਟਰੈਕਟ 'ਚ ਫਾਰਮਰ ਮਾਲਕ ਹੈ। ਹੁਣ ਪੈਪਸੀ ਕੰਪਨੀ ਵੀ ਅਗਰ ਸਮਝੌਤਾ ਕਰੇਗੀ ਔਰ ਫਾਰਮਰ ਕਹੇਗਾ ਮੈਂ ਨਵੇਂ ਕਾਨੂੰਨ 'ਚ ਸਮਝੌਤਾ ਕਰਨਾ ਹੈ, ਤੇ ਉਹਨੂੰ ਆਲੂ ਚੁੱਕਣਾ ਪਏਗਾ ਜਾਂ ਉਹਦਾ ਪੈਸਾ ਜਾਏਗਾ ਔਰ ਉਹਦੀ ਜ਼ਮੀਨ ਮੋੜ ਗਈ ਨਹੀਂ ਹੋਏਗੀ। ਅਸੀਂ ਕਿਹਾ 3 ਦਿਨਾਂ 'ਚ ਨਵੇਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਇੱਕ ਗੱਲ ਕਹੀ ਕਿ ਗੰਨੇ ਦੀ ਪੇਮੈਂਟ ਨਹੀਂ ਹੁੰਦੀ। ਨਵੇਂ ਕਾਨੂੰਨ ਦੇ ਵਿੱਚ 3 ਦਿਨ 'ਚ ਪੇਮੈਂਟ ਕਰਨੀ ਪਏਗੀ। ਪਹਿਲਾਂ ਵੀ 14 ਦਿਨ ਹੈ ਸਰ, ਤੁਹਾਡੀ ਹਰਿਆਣਾ 'ਚ ਪਹਿਲਾਂ ਵੀ 14 ਦਿਨ ਹੈ। ਨਾ ਦੇਖੋ ਤੁਹਾਡੀ ਹਰਿਆਣਾ ਸਰਕਾਰ ਹੈ, ਤੁਹਾਡੀ ਹਰਿਆਣਾ ਸਰਕਾਰ ਹੈ, ਉਹਨੇ ਫਸਲ ਚੁੱਕੀ ਗਈ ਹੈ, ਉੱਥੇ ਸੀਐਮ ਸਾਹਿਬ ਨੂੰ ਫੋਨ ਕਰਕੇ ਪੁੱਛ ਲਓ ਕਿੰਨੇ ਦਿਨ 'ਚ ਪੇਮੈਂਟ ਹੋਈ ਹੈ। 3 ਦਿਨ 'ਚ ਹੋਈ ਹੈ ਜਾਂ 10 ਦਿਨ 'ਚ ਹੋਈ ਹੈ? ਹੁਣ ਵੀ 14 ਦਿਨ ਦਾ ਕਾਨੂੰਨ ਹੈ ਸਰ, 14 ਦਿਨ ਦੇ ਵਿੱਚ ਪੇਮੈਂਟ ਦੇਣੀ ਪਏਗੀ, ਨਹੀਂ ਵਿਆਜ ਲੱਗੂਗਾ। ਸਰ ਮੇਰੀ ਗੱਲ ਸੁਣਨਾ, 2 ਸਾਲ ਦੀ ਪੇਮੈਂਟ ਪਈ ਹੈ ਗੰਨੇ ਦੀ। ਨਹੀਂ ਗੰਨੇ ਦੀ ਪੇਮੈਂਟ ਹੁਣ ਕਰਨੀ ਪਏਗੀ, ਹਰ ਫਸਲ ਦੀ ਕਰਨੀ ਪਏਗੀ। ਸਰ ਇਸ ਤਰ੍ਹਾਂ ਹੈ, ਮੇਰੀ ਫੇਰ ਗੱਲ ਸਮਝੀਏ। ਪਹਿਲੀ ਗੱਲ ਤੁਸੀਂ ਇਹ ਮੰਨਦੇ ਹੋ ਫਸਲ ਚੁੱਕੀ ਗਈ ਹੈ? ਹਰ ਵਾਰ ਚੁੱਕੀ ਜਾਂਦੀ ਸੀ ਸਰ ਕਾਨੂੰਨ ਆਉਣ ਤੋਂ ਬਾਅਦ। ਸਰ ਦੇਖੋ ਕਾਈਂਡਲੀ ਗੱਲ ਨੂੰ ਸਮਝਣਾ ਪਏਗਾ। ਮੈਂ ਬਹਿਸ ਨਹੀਂ ਕਰਨਾ, ਸਮਝਾਣ ਆਇਆ, ਜਾਂ ਸਮਝ ਲਓ ਜਾਂ ਸਮਝਾ ਲਓ। ਮੇਰੀ ਗੱਲ ਨੂੰ ਸਮਝੀਏ। ਅਸੀਂ ਕਹਿ ਰਹੇ ਹਾਂ ਕਿ ਮੰਡੀ ਸਿਸਟਮ ਜ਼ਿੰਦਾ ਰਹੇਗਾ, ਐਮਐਸਪੀ ਜ਼ਿੰਦਾ ਰਹੇਗੀ। ਅੱਜ ਜਿਹੜੀ ਫਸਲ ਚੁੱਕੀ ਗਈ ਹੈ ਕਾਨੂੰਨ ਆਉਣ ਤੋਂ ਬਾਅਦ ਚੁੱਕੀ ਗਈ ਹੈ ਔਰ ਮੰਡੀ ਸਿਸਟਮ ਨਾਲ ਚੁੱਕੀ ਗਈ ਔਰ ਐਮਐਸਪੀ ਨਾਲ ਚੁੱਕੀ ਗਈ ਹੈ। ਲੇਕਿਨ ਕਿਸਾਨ ਤਾਂ ਫਿਰ ਵੀ ਗੁੱਸੇ 'ਚ ਨੇ ਨਾ ਸਰ। ਉਹ ਭੈਣ ਜੀ ਦੇਖੋ ਮੇਰੀ ਗੱਲ, ਤੁਸੀਂ 2 ਤਰੀਕੇ, ਇੱਕ ਨਵਾਂ ਤਰੀਕਾ ਅਸੀਂ ਲੈ ਕੇ ਆਏ ਆ, ਇੱਕ ਪੁਰਾਣਾ ਤਰੀਕਾ ਹੈ। ਕਿਸਾਨ ਕਹਿੰਦਾ ਮੈਂ ਪੁਰਾਣੇ ਨਾਲ ਆਣਾ, ਪੁਰਾਣੇ ਨਾਲ ਆ ਜਾ, ਨਵੇਂ ਨਾਲ ਆਏਗਾ ਤਾਂ ਨਵੇਂ ਨਾਲ ਆਏਗਾ। ਦੇਖੋ ਤੁਸੀਂ ਚੁਆਇਸ ਵਧਾਈ ਹੈ। ਤੁਹਾਡੇ ਅੱਗੇ ਗਏ ਸੀ ਕਿ ਅੱਗੇ ਚੁਆਇਸ ਸੀ ਇੱਕ ਸਪਾਰੀ ਸੂਟ ਹੈਗਾ ਇਸ ਨਾਲ ਦਾ ਹੀ ਪਾ ਸਕਦੇ ਹੋ। ਹੁਣ ਤੁਹਾਡੇ ਕੇ 6 ਚੁਆਇਸ ਹੈ, ਤੁਸੀਂ ਬੈਲ ਬੋਟਮ ਕੋਟ ਵੀ ਪਾ ਸਕਦੇ ਹੋ, ਤੁਸੀਂ ਲੌਂਗ ਕੋਟ ਵੀ ਪਾ ਸਕਦੇ ਹੋ। ਨੰਬਰ ਆਫ ਚੁਆਇਸ ਵਧਾਣਾ ਗਲਤ ਕੀ ਹੈ? ਨੰਬਰ ਆਫ ਚੁਆਇਸ ਕਿਉਂ ਨਹੀਂ ਸਮਝ ਆ ਰਹੀ ਸਰ? ਬੀਜੇਪੀ ਕਿਉਂ ਨਹੀਂ ਸਮਝ ਆ ਰਹੀ? ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਹ ਕੁਐਸਚਨ ਨੰਬਰ 1 ਸੀ ਇਹਨਾਂ ਦਾ। ਇਸ ਵਿੱਚ ਨਹੀਂ ਸਮਝ ਆ ਰਹੀ ਕਿਉਂਕਿ ਸਟੇਟ ਗਵਰਨਮੈਂਟ ਨੇ ਖੁਦ ਅੰਦੋਲਨ ਖੜਾ ਕੀਤਾ। ਐਡਾ ਵੱਡਾ ਝੂਠ ਬੋਲਿਆ ਜਦੋਂ ਚੀਫ ਮਿਨਿਸਟਰ ਝੂਠ ਬੋਲ ਰਿਹਾ, ਜਦੋਂ ਤੁਹਾਡੇ ਕੋਲ ਕਿਸਾਨ ਜਥੇਬੰਦੀਆਂ ਗਈਆਂ ਸੀ, ਨਹੀਂ ਸੰਧੂ ਸਾਹਿਬ ਮੈਂ ਕਹਿੰਦਾ ਬਿੱਲ ਪੇ ਹੈ, ਬਿੱਲ ਪੇ ਹੈ। ਅੱਜ ਵੀ ਬਿੱਲਾਂ ਦੇ ਉੱਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਿ ਪੁਆਇੰਟ ਨੰਬਰ 9 ਗਲਤ ਹੈ,
ਪੁਆਇੰਟ ਨੰਬਰ 10 ਦਾ B ਕਾਲਮ ਗਲਤ ਹੈ। ਅੱਜ ਤੱਕ ਸਬਮਿਟ ਕਰਾਇਆ? ਚੁੱਕ ਸਾਹਿਬ ਇੱਕ ਸਵਾਲ ਹੈ ਮੇਰਾ, ਦੇਖੋ ਅੱਜ ਤੱਕ ਸਬਮਿਟ ਕਰਾਇਆ? ਤੁਹਾਡੇ ਕੋਲ ਮੈਂ ਤੁਹਾਨੂੰ ਕਿਸਾਨ- ਬੀਬੀ ਜੀ ਪੁੱਛਣਾ, ਚੁੱਕ ਸਾਹਿਬ- ਤੁਸੀਂ ਰੋਜ਼ ਡਿਬੇਟ ਕਰਦੇ ਹੋ, ਕਿਸੇ ਪੋਲੀਟੀਕਲ ਪਾਰਟੀ ਨੂੰ, ਈਵਨ ਆਮ ਆਦਮੀ ਪਾਰਟੀ ਬੈਠੀ ਹੈ, ਇਹਨਾਂ ਨੇ ਜਮ੍ਹਾਂ ਕਰਾਇਆ? ਇਹ ਚੁੱਕ ਤਾਂ ਸਾਹਿਬ ਹਾਊਸ ਚ ਗਏ ਸੀ। ਜਿਵੇਂ ਕਿਸਾਨ ਸਮਝਣਾ Amendment ਦਾ ਚਾਹੁੰਦੇ time ਅਸੀਂ ਦਿੱਤਾ। ਸਮਝਣਾ ਸਰ ਚਾਹੁੰਦੇ ਤੁਸੀਂ ਹਾਂ। ਅੱਜ ਦਿਓ ਨਾ, ਅੱਜ ਅਮੈਂਡਮੈਂਟ ਵੀ ਤੇ ਤੁਹਾਡਾ ਮੰਗਿਆ, ਲੇਕਿਨ ਮੰਗਿਆ ਰਾਜ ਅੰਦੋਲਨ ਸਭਾ ਚੱਲ ਰਿਹਾ, ਚ, ਅੰਦੋਲਨ ਰਾਜ ਸਭਾ ਚੱਲ ਚ ਰਿਹਾ। ਡਿਵੀਜ਼ਨ ਮੰਗਿਆ, ਸਰ- ਡਿਵੀਜ਼ਨ ਹੋਣ ਦਿੱਤਾ। ਸਰ division ਕਿਸਾਨ ਅਸੀਂ ਕਿਸਾਨ ਤਾਂ division ਹੁਣ ਮੰਗਿਆ, ਹੋਏ ਨੇ division ਕਿ ਹੋਣ ਦਿੱਤਾ। ਬਿੱਲ ਉਹਨਾਂ ਨੂੰ ਜਿਹੜਾ ਰੱਦ ਕੋਈ ਚਾਹੀਦਾ, amendment ਮੰਗੇ, amendment ਚਾਹੀਦਾ ਦਾ ਨਹੀਂ। ਦਿੱਤਾ। भी सर, कांग्रेस amendment पार्टी जो सरकार कितों जो भी बिल आपकी- के पक्ष में हाँ कहें, जो पक्ष में ना कहें, हाँ सर वालों की अमेंडमेंट जीत ਦੀ हुई। ਗੱਲ ਕਿੱਥੋਂ ਹੁੰਦੀ ਹੈ ਫਿਰ? ਉਹ ਤਾਂ ਅੱਜ ਕਹਿੰਦੇ ਵੀ ਸਾਨੂੰ ਗੰਦੀ ਨਹੀਂ ਦੀ ਜ਼ਿਆਦਾ, ਚਾਹੀਦਾ ਉਦੋਂ ਵੀ ਸੀ, ਅਸੀਂ ਗੰਦੀ ਤਾਂ ਦੀ ਚਾਹੁੰਦੇ ਹਾਂ ਜ਼ਿਆਦਾ ਬਿੱਲ ਸੀ। ਰੱਦ ਰਾਜ ਸਭਾ 'ਚ ਤਾਂ ਤੁਹਾਡੀ ਹਜੇ ਵੀ ਬਹੁਮਤ ਨਹੀਂ ਨਾ। ਸਾਡਾ ਅੱਜ ਵੀ ਤੁਸੀਂ ਚੱਕ ਕੇ ਚੁੱਕ ਸਾਹਿਬ, ਚੁੱਕ ਸਾਹਿਬ ਇੱਕ ਸਵਾਲ, ਇੱਕ ਔਰ ਸਵਾਲ ਅੱਜ ਵੀ ਚੰਦਰ ਬਾਬੂ ਇੱਕ ਸਵਾਲ ਨਾਇਡੂ ਨੇ ਉਸ ਬਿੱਲ ਦੀ ਸਪੋਰਟ ਚੁੱਕ ਕੀਤੀ, ਸਾਹਿਬ, ਤੁਹਾਨੂੰ ਪਤਾ। ਕਿਸਾਨ ਜਿਹੜੇ ਆ ਤੁਹਾਨੂੰ ਮਿਲਣਗੇ 2 ਵਾਰ, ਹਾਂਜੀ। ਤੁਸੀਂ ਉਹਨਾਂ ਨੂੰ ਸਮਝਾ ਨਹੀਂ ਪਾ ਰਹੇ। ਤੁਸੀਂ ਇੱਕ ਤਾਲਮੇਲ ਕਮੇਟੀ ਬਣਾਈ, ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਾਨੀ ਉਹਨੂੰ ਹੈੱਡ ਕਰ ਰਹੇ ਸੀ। ਉਹਨਾਂ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਨੇ ਸਾਡੇ ਚੈਨਲ ਤੇ ਕਿਹਾ ਜੀ ਇਹ ਸਾਡੀ ਵੀ ਨਹੀਂ ਸੁਣਦੇ। ਤੁਹਾਡੀ ਪਾਰਟੀ ਦਾ ਸ਼ਖਸ ਕਹਿ ਰਿਹਾ ਪੋਲੀਟੀਕਲ ਐਰੋਗੈਂਸ ਕਿਉਂ ਹੈ? ਐਸਾ ਇੱਕ ਹੈ। ਮਰੀਜ਼ ਹੈ, ਇੱਕ ਮਰੀਜ਼ ਨੂੰ ਦਵਾਈ ਚਾਹੀਦੀ ਹੈ। ਮੰਨ ਲਓ ਇੱਕ ਕਿਸਾਨ ਦੀ ਹਾਲਤ ਕੋਵਿਡ ਪੇਸ਼ੈਂਟ ਵਰਗੀ ਬਣੀ ਹੈ, ਤੁਸੀਂ ਇਲਾਜ ਕਰਨਾ, ਟੀਕਾ ਲਾਣਾ 1 ਕਿਲੋਮੀਟਰ ਤੋਂ ਦੂਰ, ਤੁਸੀਂ ਲਾਗੇ ਜਾ ਕੇ ਇਲਾਜ ਕਰਨਾ ਨਹੀਂ ਚਾਹੁੰਦੇ, ਮਰੀਜ਼ ਨੂੰ ਪੁੱਛਣਾ ਨਹੀਂ ਚਾਹੁੰਦੇ ਪ੍ਰੋਬਲਮ ਕੀ ਹੈ, ਦੂਰੋਂ ਦੂਰੋਂ ਛਿੜਕਾ ਕਰੀ ਜਾਂਦੇ ਹੋ ਬਸ। ਉਹਨਾਂ ਕੀ ਉਮੀਦ ਸੀ ਸੰਧੂ ਕੋਈ? ਸਾਹਿਬ ਤੁਸੀਂ ਸਮਝਾਉਣਾ ਤਾਂ ਲਾਸਟ ਪਏਗਾ। ਮੀਟਿੰਗ ਜਿਹੜੀ ਹੋਈ ਹੈ ਕਿਸਾਨਾਂ ਦੇ ਨਾਲ, ਤੁਸੀਂ ਉਹਦੀ ਪ੍ਰੈਸ ਰਿਲੀਜ਼ ਨਹੀਂ ਪੜ੍ਹੀ ਔਰ ਪ੍ਰੈਸ ਬਿਆਨ ਨਹੀਂ ਸੁਨੇ। ਕੋ ਤੇ ਮੈਂ ਤੁਹਾਨੂੰ ਉਹਦੀ ਕਟਿੰਗਸ ਦੇਣਾ। 31 ਯੂਨੀਅਨਾਂ ਨੇ ਕਿਹਾ ਕਿ ਅਸੀਂ 40 ਪੁਆਇੰਟ ਲੈ ਕੇ ਗਏ ਸਾਂ, ਸਾਡੇ 7 ਪੁਆਇੰਟ 33 ਪੁਆਇੰਟ ਤੇ ਅਸੀਂ ਸੈਟੀਸਫਾਈਡ ਹੋ ਗਏ ਹਾਂ, 7 ਪੁਆਇੰਟ ਰਹਿ ਗਏ, ਉਹ ਨੈਕਸਟ ਮੀਟਿੰਗ 'ਚ ਹੋ ਜਾਣਗੇ। ਇਹ ਮੇਰਾ ਬਿਆਨ ਨਹੀਂਗਾ, ਪ੍ਰੋਟੈਸਟ ਕਿਉਂ ਕਰ ਰਹੇ ਯੂਨੀਅਨਾਂ ਦਾ ਹੋ? ਬਿਆਨ ਹੈ 26 ਔਰ 27 ਤਰੀਕ ਨੂੰ 31 ਦਿੱਲੀ ਕਿਉਂ ਯੂਨੀਅਨ ਦਾ ਕੂਚ ਬਿਆਨ ਕਰ ਰਹੇ ਨੇ? ਹਾਂਜੀ। ਅਗਰ ਉਹ ਤੁਹਾਡੇ ਨਾਲ ਸਹਿਮਤ ਹੋ ਕੇ 26 27 ਨੂੰ ਕਿਉਂ ਕੂਚ ਕਰ ਰਹੇ ਸਰ, ਦਿੱਲੀ? ਉਹ- ਔਰ ਉਹ ਵੀ ਇਸ ਉਹਦੇ ਤਰ੍ਹਾਂ ਵਿੱਚ ਦੇਖੋ। ਉਹਦੇ 'ਚ ਦੇਖੋ, ਜੇ ਕਿਸਾਨ ਪ੍ਰੋਟੈਸਟ ਕਰਨਾ ਚਾਹੁੰਦਾ, ਦਿੱਲੀ ਜਾਣਾ ਚਾਹ ਰਿਹਾ, ਤੁਸੀਂ ਕਿਉਂ ਰੋਕ ਰਹੇ ਹੋ? ਉਹਨਾਂ ਦਾ ਇੱਕ ਡੈਮੋਕ੍ਰੇਸੀ ਹੈ, ਕੋਈ ਡਰੈਕੋਨੀਅਨ ਲਾਅ ਥੋੜਾ ਕਿ ਦਿੱਲੀ ਜਾ ਕੇ ਪ੍ਰੋਟੈਸਟ ਨਹੀਂ ਕਰ ਸੰਧੂ ਸਕਦੇ। ਸਾਹਿਬ ਮੈਨੂੰ ਇੱਕ ਗੱਲ ਦੱਸੋ, ਉਹ ਵਿਚਾਰੇ ਪਾਕਿਸਤਾਨ ਜਾਣ ਕੇ ਨਹੀਂ ਦਿੱਲੀ ਨਹੀਂ ਜਾਣਾ ਕਿਉਂ ਜਾਣ ਜੀ ਆਪਣੀ ਆਵਾਜ਼ ਪਾਕਿਸਤਾਨ? ਰੱਖਣ ਨੂੰ। ਫਿਰ ਇੱਕ ਗੱਲ ਮਤਰੇ ਪੁੱਤਲਾ ਵਿਵਹਾਰ ਦੀ ਗੱਲ, ਆਰਮੀ ਨੂੰ ਸਮਾਨ ਭੇਜਣਾ ਹੈ, ਸਟੇਟ ਗਵਰਨਮੈਂਟ ਕਿਉਂ ਨਹੀਂ ਐਨਓਸੀ ਦੇ ਰਹੀ ਕਿ ਰੇਲ ਚੱਲ ਸਕਦੀ ਹੈ? ਮੈਨੂੰ ਦੱਸੋ। ਦੇ ਪੰਜਾਬ ਦੇ ਬੇਟੇ ਬਾਰਡਰ ਤੇ ਬੈਠੇ ਉੱਥੇ, ਉਹਨਾਂ ਨੂੰ ਬਾਰੂਦ ਚਾਹੀਦਾ, ਲੇਕਿਨ ਤੁਸੀਂ ਉਹਨਾਂ ਵੀ ਨੂੰ ਤੇਲ ਜ਼ਿੱਦ ਚਾਹੀਦਾ। ਅੜੇ ਹੋ, ਤੁਸੀਂ ਵੀ ਜ਼ਿੱਦ ਅੜੇ ਹੋਏ ਹੋ ਕਿ ਅਸੀਂ ਪੈਸੇਂਜਰ ਟ੍ਰੇਨ ਸਰ ਮੈਨੂੰ ਇੱਕ ਗੱਲ ਦੱਸੋ, Passenger ਜੀਟੀਵੀ train- ਇੱਕ ਮਿੰਟ ਸਰ- ਠਹਿਰੋ, ਸਰ, ਤੁਸੀਂ ਘੱਟੋ ਘੱਟ ਜੀਟੀਵੀ ਚਲਾ ਮਾਲ ਸਕਦੇ ਗੱਡੀਆਂ ਹੋ ਤਾਂ ਚਲਾ ਦਿਓ। ਵਿਦਆਊਟ ਵੀਡੀਓ, ਸਿਰਫ ਵੌਇਸ ਤੇ ਚੱਲੇਗਾ? ਤੁਹਾਨੂੰ ਸਵੇਰੇ ਕਹੀ ਆ ਜਾਏ ਲੇਕਿਨ passenger- ਜੀਟੀਵੀ ਫੁੱਲ ਜੀਟੀਵੀ passenger ਚੱਲੇਗਾ train ਨਾ। ਦਾ substitute ਤਾਂ ਐਸਾ ਹੋ ਬਹੁਤ ਹੈ, ਸਕਦਾ ਹੈ passenger ਕਿ ਅਸੀਂ train ਕਿਹਾ ਦਾ ਜਾਏ ਬਹੁਤ ਕਿ substitute ਹੈ। ਸੰਧੂ ਸਾਹਿਬ ਦੀ ਵੌਇਸ ਆਏਗੀ, ਵੀਡੀਓ ਨਹੀਂ ਆਏਗੀ। ਸਰ, ਪੰਜਾਬ 'ਚ ਮਾਲ ਗੱਡੀਆਂ ਨਹੀਂ ਚੱਲ ਰਹੀਆਂ, ਕਿੰਨੀ ਇੰਡਸਟਰੀ ਖਰਾਬ ਹੈ ਸਰ। ਰੇਲਵੇ ਦੀ ਹਰ ਟ੍ਰੇਨ ਦੇ ਨਾਲ 4 ਕੁੱਪੇ ਮਾਲ ਦੇ ਹੁੰਦੇ ਹੈ, ਪੈਸੇਂਜਰ ਟ੍ਰੇਨ ਦੇ ਨਾਲ। ਕਿਆ ਉਹ ਬੁੱਕ ਹੋਣ ਕਿ ਨਾ ਹੋਣ? ਚੁੱਕ ਸਾਹਿਬ ਇੱਕ ਮਿੰਟ ਤੁਸੀਂ ਟ੍ਰੇਨਾਂ ਰੋਕ ਲੀਆਂ ਤੇ ਤੁਸੀਂ ਮੈਂ ਬਾਅਦ ਦੇ ਨਹੀਂ ਵਿੱਚ ਕਿਹਾ ਰੋਕਿਆ ਟ੍ਰੇਨਾਂ ਕਿਸਾਨਾਂ ਨੇ ਰੋਕਿਆ, ਕੈਪਟਨ ਸਾਹਿਬ ਨੇ ਰੁਕਾਈਆਂ। ਇੱਕ ਮਿੰਟ ਕਿਸਾਨ ਤੇ ਪਟੜੀ ਤੇ ਬੈਠੇ ਕਿਸਾਨਾਂ ਨੇ ਰੁਕਾਈਆਂ, ਕੈਪਟਨ ਸਾਹਿਬ ਨੇ ਰੋਕੀਆਂ। ਸਾਹਿਬ, ਰੂਰਲ ਕਿਸਾਨ ਡਿਵੈਲਪਮੈਂਟ ਪੱਖੋਂ ਫੰਡ ਤੋਂ ਕਿਹਨੇ ਹਟ ਰੋਕਿਆ? ਰੂਰਲ ਡਿਵੈਲਪਮੈਂਟ ਫੰਡ ਵੀ ਲੈਂਡਾ ਹੀ ਰੋਕਿਆ। ਰੋਕਿਆ। ਤੁਸੀਂ ਮਤਲਬ ਇਹ ਸੁਣ ਕਹਿ ਲਓ ਰਹੇ ਹੋ ਅਸੀਂ ਗੱਲ। ਤੁਹਾਡੀ ਰੋਟੀ ਸਰ, ਖੋਲਾਂਗੇ। ਸਰ, ਇਸ ਤਰ੍ਹਾਂ ਦਾ ਐਟੀਟਿਊਡ ਨਾ ਕਰੋ। ਜਵਾਬ ਲੈ ਲੈਂਦੇ, ਜਵਾਬ ਲੈ ਲੈਂਦੇ। ਰੂਰਲ ਤੁਸੀਂ ਡਿਵੈਲਪਮੈਂਟ ਕੋਈ ਫੰਡ ਕੁਐਸਚਨ ਲਿੱਤਾ ਹੈ, ਮੇਰੇ ਕੋਲ ਸੁਣੋ ਨਾ ਜਵਾਬ। ਇਸ ਤਰ੍ਹਾਂ ਬਿਲਕੁਲ ਦੇਖੋ ਗੱਲ ਸੁਣੋ, ਤੁਸੀਂ 15 ਕੁਐਸਚਨ ਕਰੋਗੇ, 15 ਜਵਾਬ ਲੈਣੇ, ਕਿਉਂਕਿ ਰਿਲੇਟ ਚ ਕੁਐਸਚਨ ਅਸੀਂ ਰੈਪਿਡ ਫਾਇਰ ਕਰ ਲੈਂਦੇ ਹਾਂ ਨਾ, ਸ਼ਾਰਟ ਕਰ ਲਓ। ਰੂਰਲ ਡਿਵੈਲਪਮੈਂਟ ਫੰਡ ਹੁਣ ਲਓ ਨਾ ਜਵਾਬ। ਇਸ ਤਰ੍ਹਾਂ ਫਰਵਰੀ ਦੇ ਅੰਦਰ ਇੱਕ ਮੀਟਿੰਗ ਹੋਈ, ਪੰਜਾਬ ਸਰਕਾਰ ਦਾ ਪ੍ਰਤੀਨਿਧੀ ਵੀ ਗਿਆ। ਔਰ ਜੋ ਪੰਜਾਬ ਸਰਕਾਰ ਦੀ ਰਿਪੋਰਟ ਸੀ ਕਿ ਆਰਡੀਐਫ ਜਿਹੜਾ ਹੈ ਉਹ ਪਿਛਲੀਆਂ ਸਰਕਾਰਾਂ ਨੇ ਰੂਰਲ ਡਿਵੈਲਪਮੈਂਟ ਏਰੀਆ 'ਚ ਖਰਚਣ ਦੀ ਬਜਾਏ, ਔਰ ਚ ਡਿਫਾਈਨ ਹੈ ਕਿ ਉਹ ਪੈਸਾ ਪਿੰਡ ਦੀ ਗਲੀ ਨਾਲੀ, ਪਿੰਡ ਦੇ ਵਿਕਾਸ ਵਾਸਤੇ ਖਰਚ ਹੋਏਗਾ। ਤੁਸੀਂ ਉਸ ਪੈਸੇ ਨੂੰ ਚੁੱਕ ਕੇ ਲਿਜਾ ਕੇ ਕਿਸੇ ਸ਼ਹਿਰ 'ਚ ਖਰਚ ਕਰ ਦਿਓਗੇ। ਉੱਥੇ ਇਹਨਾਂ ਨੇ ਮੰਨਿਆ ਕਿ ਇਹ ਵਾਸਤੇ ਅਸੀਂ ਆਰਡੀਐਫ ਦਾ ਐਸਟੀਮੇਟ, ਪੰਜਾਬ ਸਰਕਾਰ ਦਾ ਆਫੀਸ਼ੀਅਲ ਹੈ ਕਿ ਅਸੀਂ ਐਸਟੀਮੇਟ ਦੇਵਾਂਗੇ, ਆਰਡੀਐਫ ਉੱਥੇ ਪਿਆ। ਹੁਣ ਮੈਨੂੰ ਤੁਸੀਂ ਦੱਸੋ, ਪੈਸਾ ਆਇਆ ਪਿੰਡ ਵਾਸਤੇ, ਪਿੰਡ ਦੀ ਗਲੀ ਨਾਲੀ ਬਣਨ ਵਾਸਤੇ, ਤੇ ਆਰਡੀਐਫ ਅਸੀਂ ਕਿਸੇ ਸੈਕਿੰਡ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕੜੇ ਹੈੱਡ 'ਚ ਖਰਚ ਕਰ ਦਿੱਤਾ। ਜੇ ਸਾਰੇ ਦੇਸ਼ 'ਚ ਬਾਹਰ ਜਾਂਚ ਲੱਗੀ ਹੈ, ਕਰਾਓ ਨਾ ਉਹਦੀ, ਹਾਂ, ਰੋਕਣਾ ਤਾਂ ਕੋਈ ਨਹੀਂ ਰੋਕੇ ਹੀ ਨਹੀਂ। ਉਹਨਾਂ ਨੇ ਕਿਹਾ ਤੁਸੀਂ ਬਿੱਲ ਲਿਆਓ, ਨਹੀਂ। ਆਰਡੀਐਫ ਦੇ ਬਿੱਲ ਲਿਆਓ, ਤੁਸੀਂ ਲਿਆਓ ਕਿ ਅਸੀਂ ਪੰਜਾਬ ਦੇ 12,000 ਪਿੰਡਾਂ ਦੀਆਂ ਸਾਰੀਆਂ ਗਲੀਆਂ ਬਣਾਉਣੀਆਂ। ਤੁਸੀਂ ਉਹ ਪੈਸਾ ਚੁੱਕ ਕੇ ਕਿਸੇ ਹੋਟਲ ਤੇ ਲਾ ਦੋਗੇ? ਦੱਸੋ ਜਾਇਜ਼ ਹੈ ਕਿ ਜਾਇਜ਼ ਗਲਤ ਹੈ? ਦੇਖੋ, ਜੇ ਤੁਸੀਂ ਵੀ ਇੰਨੀ ਦੇਰ ਤੋਂ ਪੰਜਾਬ ਦੀ ਪੋਲਿਟਿਕਸ ਕਰ ਰਹੇ ਹੋ, irregularities ਦਾ ਮੈਂ ਵੀ ਤਾਂ ਵਿਰੋਧ ਕਰਦਾ ਹੈ ਹੀ ਹੈ। ਪੰਜਾਬ ਦੇ ਜੋ ਤੁਸੀਂ ਕਿਹਾ ਵਰਡ ਇਸਤੇਮਾਲ ਕੀਤਾ, ਮੈਂ ਕੀਤਾ ਨਹੀਂ। ਚੁੱਕ ਸਾਹਿਬ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤਰੁਣ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਜੁੜੇ।